दोख निकंदना दोख निकंदना। अमरदास गुर हृदय त्यागो हृदय त्यागो। श्री गुरु रामदास गुण गावो श्री गुरु रामदास गुण गावो। गुरु अर्जन विघ्नन के नाशक विघ्नन के नाशक। गुरु हरि गोबिंद शुभ मत प्रकाशक शुभ मत प्रकाशक। गुरु हर राय नमो कर जोरी नमो कर जोरी। गुरु हर कृष्ण मनाए बहोरी मनाए बहोरी। तेग बहादुर परम कृपाला जी परम कृपाला। गुरु गोबिंद सिंह विशाला गुरु गोबिंद सिंह विशाला। तरों तरापुर पुन पुन सीसा जी पुन पुन सीसा। बंदों बार बार जगदीश बंदों बार बार जगदीश। श्री गुरु तेग बहादुर महाराज जी दे पावन पवित्र अस्थान गुरुद्वारा सीसगंज साहिब विखे श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी साध संगत जी। आप जी संध्या वेले दे दीवाना दे अंदर जो गुरु साहिब जी दे पावन इतिहास की कथा चल रही है उस दे नाल जुड़न दे लई अपने मनुखा जन्म दे सवासां दियां अमोलक घड़ियां नूं सफल करन दे लई सत संगत दे विच जुड़ बैठे हो। कल आपां इह श्रवण कीता सी बाबा बुढ़ा साहिब जी ने विध बना के श्री गुरु अमरदास जी तई अंदर वो कोठे दे अंदर पहुँचे हैं। आओ हुण जिवें अगे कथा चलती है बड़े प्यार सत्कार नाल श्रवण करिए। कथा आरंभ करन तो पहला गुरु जी वालों बख्शे हुए गुरमंत्र नाल सांझ पाओ। सतनाम श्री वाहेगुरु साहिब जी सतनाम श्री वाहेगुरु साहिब जी। सुन के बृंद बिलंद आनंद्यो तुरन उठ्यो गुर पद बंद्यो। कहते बाबा बुढ़ा जी गुरु साहिब जी दे बोल सुन के एकदम उठे हैं अते महाराज जी दे चरनां नूं फड़ लिया है। ताहे ईट का खोलियो द्वारा सब संगत को कबे हकारा। उन्होंने जाके जिहड़ी इट है दरवाजे की इट है हुण उन्होंने खोल दिता है। सारी संगत नूं आवाज़ लगाई संगत जी आप अंदर आ जाओ। देखत होती सुन बृंद की आज्ञा हरकत भई प्रेम रस पाग्या। जिवें संगत ने वेख्या बाबा बुढ़ा साहिब जी ने आज्ञा कर दी है नाल दी नाल संगत बड़े देर टाइम तो उड़ीक रही सी। बड़े आनंद दे विच भिजी हुई संगत अंदर चली गई है। हुमाए संगत सब आई भई भीड़ तह खाओ न पाई। संगत अंदर आ गई बहुत ज़्यादा भीड़ हो गई है अंदर पैर रखने जिन्नी भी था नहीं है। पद पंकज पर सह कर बंदहे
ਦਰਸ਼ਹਿ ਸਤਿਗੁਰ ਹਿਰਦੈ ਆਨੰਦਹਿ। ਸਾਰੇ ਜਣੇ ਮਹਾਰਾਜ ਜੀ ਨੂੰ, ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਮੱਥਾ ਟੇਕਦੇ ਹਨ ਅਤੇ ਬੜੇ ਹੀ ਖੁਸ਼ ਹੁੰਦੇ ਹਨ। ਧਰਹਿ ਉਪਾਇਨ ਪ੍ਰੇਮ ਬੰਧਾਵਹਿ, ਜੈ ਜੈਕਾਰ ਉਚਾਰ ਸੁਨਾਵਹਿ। ਆਪਣੀਆਂ ਭੇਟਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਦੇ ਹਨ ਅਤੇ ਮਹਾਰਾਜ ਜੀ ਦੀ ਉਸਤਤੀ ਦੇ ਅੰਦਰ ਜੈ ਜੈਕਾਰ ਦੇ ਸ਼ਬਦ ਉਚਾਰ ਰਹੇ ਹਨ। ਸਭ ਸੰਗਤ ਬੈਠੀ ਹਰ ਖਾਏ, ਭੇਟਣ ਕੇ ਅੰਬਾਰ ਲਗਾਏ। ਸਾਰੀ ਸੰਗਤ ਬੜੀ ਖੁਸ਼ੀ ਦੇ ਅੰਦਰ ਆ ਕੇ ਬੈਠ ਗਈ। ਭੇਟਾਵਾਂ ਦੇ ਵੱਡੇ ਵੱਡੇ ਅੰਬਾਰ ਲੱਗ ਗਏ ਹਨ। ਸਭਨ ਸੁਨਾਏ ਗੁਰੂ ਤਬ ਕਹਿਓ, ਇਹੋ ਉਪਕਾਰ ਸੋ ਉਡੈ ਲਹਿਓ। ਮਹਾਰਾਜ ਜੀ ਫਿਰ ਬੋਲਣ ਲੱਗੇ, ਕਹਿੰਦੇ ਸਾਧ ਸੰਗਤ ਜੀ, ਇਹ ਜਿਹੜਾ ਉਪਕਾਰ ਹੋਇਆ ਹੈ ਇਹ ਸਾਰੇ ਦਾ ਸਾਰਾ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਾ ਹੈ। ਇਹਨਾਂ ਨੇ ਅੱਗੇ ਹੋ ਕੇ ਇਸ ਦਰਵਾਜ਼ੇ ਨੂੰ ਖੋਲ੍ਹਿਆ ਹੈ। ਏਕ ਬਡੋ ਨਿਜ ਤਨ ਪਰ ਲੀਨਾ, ਨੀਕੋ ਹਿਤ ਸੰਗਤ ਕੋ ਕੀਨਾ। ਇਹਨਾਂ ਨੇ ਆਪਣੇ ਸਰੀਰ ਤੇ ਬੜਾ ਵੱਡਾ ਦੁੱਖ ਝੱਲਿਆ ਹੈ ਤੇ ਸਾਰੀ ਸੰਗਤ ਵਾਸਤੇ ਇਹਨਾਂ ਨੇ ਚੰਗਾ ਕੰਮ ਕੀਤਾ ਹੈ, ਕਿਉਂਕਿ ਸਾਧ ਸੰਗਤ ਗੁਰੂ ਦੀ ਆਗਿਆ ਤੋਂ ਹਟ ਕੇ ਮਹਾਰਾਜ ਦੀ ਆਗਿਆ ਵੀ ਪਾਲਣ ਕਰਨੀ ਔਰ ਸੰਗਤ ਨੂੰ ਦਰਸ਼ਨ ਵੀ ਕਰਾਉਣੇ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਬੜਾ ਵੱਡਾ ਕੰਮ ਸੀ। ਔਰ ਮਹਾਰਾਜ ਉਹਨਾਂ ਨੂੰ ਪਤਾ ਵੀ ਸੀ, ਅਗਰ ਸਾਹਿਬ ਜੀ ਕੋਈ ਬਚਨ ਬੋਲ ਦੇਣ ਉਹ ਬਿਰਥਾ ਨਹੀਂ ਜਾਂਦਾ, ਕਿਉਂਕਿ ਸਾਧੂ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਹੀਂ ਜਾਏ। ਬੰਦਗੀ ਕਰਨ ਵਾਲੇ ਦਾ ਬਚਨ ਸਹਿ ਸੁਭਾਏ ਬੋਲਿਆ ਜਾਂਦਾ ਹੈ ਤੇ ਉਹ ਬਿਰਥਾ ਨਹੀਂ ਜਾਂਦਾ ਹੁੰਦਾ। ਇੱਕ ਭਾਈ ਰਘਵੀਰ ਸਿੰਘ ਜੀ ਵੀਰ ਹੋਏ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਅਰਦਾਸ ਸ਼ਕਤੀ। ਉਹਦੇ ਵਿੱਚ ਉਹ ਕਹਿੰਦੇ ਨੇ, ਜਦੋਂ ਅਸੀਂ ਸਿਮਰਨ ਕਰਨ ਲੱਗ ਜਾਈਏ, ਹੌਲੀ ਹੌਲੀ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਜਾਈਏ, ਕਹਿੰਦੇ ਜੋ ਸਾਡੇ ਮਨ ਦੇ ਅੰਦਰ ਫੁਰਨੇ ਵੀ ਆਉਂਦੇ ਨੇ ਉਹ ਵੀ ਸੱਚੇ ਹੋਣ ਲੱਗ ਜਾਂਦੇ ਨੇ। ਕਹਿੰਦੇ ਇੱਕ ਵਾਰ ਮੈਂ ਕਲਕੱਤੇ, ਕਹਿੰਦੇ ਮੈਂ ਆਪਣੇ, ਉਹਨਾਂ ਨੇ ਆਪਣੀ ਵਾਰਤਾ ਲਿਖੀ, ਮੈਂ ਆਪਣੇ ਘਰ ਰਹਿ ਰਿਹਾ ਸੀ, ਸਵੇਰੇ ਉੱਠ ਕੇ ਉਹ ਸਿਮਰਨ ਕਰਦੇ ਸਨ। ਕਹਿੰਦੇ ਗਵਾਂਢੀ ਨੇ, ਪਹਿਲੇ ਸਮਿਆਂ ਦੇ ਵਿੱਚ ਲੋਕ ਕੁੱਕੜ ਪਾਲ ਲੈਂਦੇ ਸਨ, ਮੁਰਗੇ ਪਾਲਦੇ ਸਨ, ਕਹਿੰਦੇ ਉਹਨੇ ਰੱਖੇ ਹੋਏ ਸੀ। ਇਹਨਾਂ ਨੇ ਸਵੇਰੇ ਉੱਠ ਕੇ ਨਾਮ ਜਪਣਾ, ਉਹ ਮੁਰਗੇ ਨੇ ਸਵੇਰੇ ਵਾਂਗਾਂ ਦੇਣੀਆਂ ਜ਼ੋਰ ਜ਼ੋਰ ਨਾਲ। ਇਹਨੇ ਮੇਰੇ ਮਨ 'ਚ ਫੁਰਨਾ ਆਇਆ, ਇਹ ਪਰਮੇਸ਼ਰ ਤੋਂ ਇਹਨੂੰ ਮਾਰ ਨਹੀਂ ਸਕਦਾ, ਇਹ ਮੈਨੂੰ ਡਿਸਟਰਬ ਕਰਦਾ ਹੈ, ਮੈਂ ਸਵੇਰੇ ਉੱਠ ਕੇ ਬੰਦਗੀ ਕਰਨੀ ਹੁੰਦੀ ਹੈ, ਇਹ ਮੈਨੂੰ ਬੰਦਗੀ ਦੇ ਵਿੱਚ ਮੇਰੀ ਪਰੇਸ਼ਾਨੀ ਉਡਾਉਂਦਾ। ਕਹਿੰਦੇ ਨੇ ਇੱਕ ਦਿਨ, ਦੂਜੇ ਦਿਨ ਕੁੱਕੜ ਉਹਦਾ ਬਿਮਾਰ ਹੋ ਗਿਆ, ਉਹ ਤੋਂ ਅਗਲੇ ਦਿਨ ਚੜ੍ਹਾਈ ਕਰ ਗਿਆ। ਕਹਿੰਦੇ 2 ਦਿਨਾਂ ਬਾਅਦ ਉਹਨੇ ਦੂਜਾ ਲੈ ਆਂਦਾ, ਉਹ ਦੂਜਾ ਲੈਂਦਾ, ਉਹ ਵੀ ਬਿਮਾਰ ਹੋਇਆ, ਉਹ ਵੀ ਚਲਾ ਗਿਆ। ਕਹਿੰਦੇ ਇਸ ਤਰੀਕੇ ਨਾਲ 7 ਜਿਹੜੇ ਉਹਦੇ ਕੁੱਕੜ ਉਹ ਚੜ੍ਹਾਈ ਕਰ ਗਏ। ਮੈਂ ਉਸ ਨੂੰ ਕਿਹਾ ਭਾਈ ਹੁਣ ਨਵਾਂ ਨਾ ਲੈਣ। ਕਿਉਂ? ਕਹਿੰਦੇ ਮੈਂ ਬੰਦਗੀ ਵਿੱਚ ਲੱਗਿਆ ਹੋਇਆ ਸੀ, ਇਹ ਕੋਈ ਅਰਦਾਸ ਹੀ ਰੱਬ ਨੇ ਨਾਲੋਂ ਨਾਲ ਹੀ ਸੁਣ ਲਈ ਹੈ। ਕਹਿੰਦੇ ਇਹ ਰੌਲਾ ਪਾਉਂਦਾ ਸੀ ਮੇਰੇ ਮਨ ਵਿੱਚ, ਉਹ ਬੰਦਗੀ ਨਾਲ ਬੜੀ ਜੁੜੀ ਹੋਈ ਰੂਹ ਸੀ। ਉਹਨਾਂ ਨੇ ਕਿਤਾਬ ਵੀ ਲਿਖੀ ਹੈ ਬੰਦਗੀ ਨਾਮਾ। ਉਹਨਾਂ ਨੇ ਪੂਰੀ ਦੁਨੀਆ ਦੇ ਬੜੇ ਬੜੇ ਲੋਕਾਂ ਦੇ ਉਹਦੇ ਵਿੱਚ ਐਕਸਪੀਰੀਅੰਸ ਲਿਖੇ ਨੇ ਸਿਮਰਨ ਦੇ। ਜਿਨ੍ਹਾਂ ਵੀ ਨਾਮ ਜਪਿਆ ਉਹਨਾਂ ਨੇ ਆਪਣੀਆਂ ਸਟੇਜਾਂ ਵੀ ਦੱਸੀਆਂ ਨੇ, ਕਿਹੜੀ ਕਿਹੜੀ ਸਟੇਜ ਤੇ ਕਿਵੇਂ ਕਿਵੇਂ ਵਾਪਰਦਾ। ਕਹਿੰਦੇ ਉਹ ਸਵੇਰੇ ਮੈਂ ਜਾਪ ਕਰਦਾ ਸੀ, ਸੋ ਇਸ ਕਰਕੇ ਸਾਧੂ ਨੂੰ ਤੇ ਬੋਲਣ ਦੀ ਲੋੜ ਵੀ ਨਹੀਂ ਹੁੰਦੀ। ਸਾਧ ਸੰਗਤ ਜਿਹੜਾ ਨਾਮ ਜਪਣ ਵਾਲਾ ਹੈ ਉਹਨੂੰ ਬੋਲਣ ਦੀ ਵੀ ਲੋੜ ਨਹੀਂ, ਉਹਦੇ ਮਨ ਦਾ ਫੁਰਨਾ ਹੀ ਬੜਾ ਕੁਛ ਕਰ ਦਿੰਦਾ, ਉਹਨੂੰ ਬੋਲਣ ਦੀ ਵੀ ਲੋੜ ਨਹੀਂ ਹੈ। ਉਹਦੇ ਮਨ ਦੇ ਵਿੱਚ ਆਇਆ ਹੋਇਆ ਵਿਚਾਰ ਵੀ ਬਹੁਤ ਕੁਛ ਕਰ ਦਿੰਦਾ ਹੈ, ਉਹਦੇ ਦਿਲ ਦੇ ਵਿੱਚ ਆਈ ਹੋਈ ਅਸੀਸ ਬਹੁਤ ਕੁਛ ਕਰ ਜਾਂਦੀ ਹੈ, ਬਹੁਤ ਕੁਛ ਦੇ ਵੀ ਜਾਂਦੀ ਹੈ, ਬਹੁਤ ਕੁਛ ਲੈ ਵੀ ਜਾਂਦੀ ਹੈ। ਦੋਵੇਂ ਚੀਜ਼ਾਂ ਨੇ, ਲੈ ਵੀ ਜਾਂਦੀ ਹੈ, ਦੇ ਵੀ ਜਾਂਦੀ ਹੈ। ਇਸ ਕਰਕੇ ਇਹ ਕਿਹਾ ਜਾਂਦਾ ਹੈ ਜਿਹੜਾ ਕੋਈ ਬੰਦਗੀ ਕਰਨ ਵਾਲਾ ਪੁਰਸ਼ ਹੈ ਉਸ ਤੋਂ ਮਨੁੱਖ ਦੂਰੀ ਵੈਸੇ ਬਣਾ ਕੇ ਰੱਖਦੇ, ਦੂਰੀ ਤੇ ਚਲੋ ਨਹੀਂ ਬਣਾਉਣੀ ਚਾਹੀਦੀ, ਪਰ ਉਸ ਦੇ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ।
उसकी मुख तो कोई ऐसा नहीं बुलवाना चाहिए जिहड़ा बहुत कुछ खराब कर जाए। वैसे तो वह बोलता नहीं, जो भी बोलता है बोलता हुक्म विच ही है। आप जी नूं पता होएगा श्री कृष्ण जी की जिहड़ी कुल नाश हुई है वो एक ऋषि के श्राप तो ही हुई है। वो ऋषि का नाम सी दुर्वासा। गुरबाणी दे विच ये शब्द हुंदा है, दुर्वासा स्यों करत ठगौरी जादव ए फल पाए। वो जिहड़ा ऋषि है दुर्वासा, वो जंगल विच बैठ के भगती करता सी। जादवां दे बच्चे उत्थे खेल रहे सी। उन्हां बच्चियां मजाक दे विच आके कहा, कहंदे ऋषि जी एक लड़के दे उन्होंने पेट दे उत्ते एक दाबड़े टैप बन दिता ते उन्होंने लड़कियां वर्गा सवांग रजा के उन्होंने कहते हैं ऋषि जी ये दसो यदी कुख तो कौन पैदा होएगा। वो कहते हैं बच्चे हो पहला तो बोले ना चले गए, फिर आ गए बच्चे सन मूड मतिए, फिर कहते दसो कौन पैदा होएगा। कहते बच्चे हो साधुआं नाल मजाक नहीं करी, जाओ तुसीं अपना काम करो खेडो। मुड़े ना तीजी बारी फिर आ गया, दसो कौन पैदा होएगा। उन्हें सह सुभाए कहा यदी कुख चों वो पैदा होएगा जिहड़ा जादवां दी कुल दा नाश ही कर देगा। बस ये वचन उन्होंने मुख चों उदों कहा। जादव चले गए कृष्ण जी कोल गए, कहते कृष्ण जी ये श्राप दिता है दुर्वासा ऋषि ने, कहते एवें करो ये श्राप हुण तां ही मिट सकता है जिहड़ा ये तसला है दाबड़ा है इनू रगड़ो पूरा दब के, इनू लोहे का है इनू रगड़ रगड़ के इनू पानी दे विच बहा दिओ, उत्थे पानी ना रगड़, तां ये श्राप मुड़ सकता है। उन्होंने बच्चियां ने आके उन्होंने रगड़िया, पानी नाल रगड़ते रहे, रगड़दियां रगड़दियां उत्थे दब पैदा हो गई जिहड़ी आपां बाहर वेखदे हां दब जित्थों छप्परां बनदियां ने वो पैदा हो गई। वो तिखी हुंदी है, उग गई उत्थों जिथे जिथे वो सी। एक दिन जादवां ने शराब पीती, वो दब ही पट पट के आपस च मारी, वो दब ही खत्म हो गए। जिहड़ा वो दाबड़े का थोड़ा जिहा हिस्सा बच गया सी ना, वो जाके उन्हें किते नाल दरिया विच रोड़िया, वो किसी मच्छी ने खा लिया। वो मच्छी एक बदक ने फड़ लई, वो जदों करी उहदे विचों निकलिया जिन्ना लोहा बचिया होया सी, उन्हें तीर ते चढ़ाया। वो शिकारी सी। एक दिन कृष्ण जी लम्मे पए हुए सी, उन्होंने पैर में दसिया जाता है पदम चमकदा सी। उन्हें सोचा कि हिरन की अख है, हिरन की अख भी बहुत चमकती है। उन्हें तीर मारिया, कृष्ण जी ने जा वजया। जो नेड़े होके वेखण गया शिकारी रोए बड़ा, कहते मैं बड़ा वड्डा पाप कर बैठा। वो कहते नहीं, कृष्ण जी कहने लगे पाप नहीं है, ये साडे लड़कियां जो किया है वह फल मैनू भी भोगना पैना, ये तो मैं भी नहीं, क्योंकि साधु बोले सह सुभाए। गुरबाणी का फरमान है एक साध वचन अटलादा, बंदगी करन वाले दी रसना उस तरीके का बरूद है जिहदा तोड़ नहीं है दुनिया ते साध संगत। और जिहड़ा बंदगी करन वाले ने वचन कर दिता फिर परमात्मा भी उन्होंने मोड़दा नहीं है। बस ओते संत कृपाल कृपा जे करे तो संत संग निंदक भी करे, ओते जे कोई कृपाल हो जाए तो उन्होंने मोड़ ले, उवें नहीं। हुण इस करके वो कहते ने दुर्वासा स्यों करत ठगौरी जादव ए फल। हुण बाबा बुढ़ा साहब जी के सामने ये बड़ा वड्डा चैलेंज सी, कोई छोटा काम नहीं सीगे। कि जे गुरु साहब जी के कोल अंदर गया महाराज, ताई महाराज कहते ने ये बड़ा वड्डा परोपकार है। भाई सिखो संगत नूं दस रहे ने महाराज इन्हां बड़ा वड्डा परोपकार किया तुहाडे ते, ये सारे का सारा जिन्ना कुछ होया है ਇਹਦਾ श्रेय जिहड़ा जाता है वो सारा बाबा बुढ़ा जी नूं जाता है। इसको पार दयो दर्शावे सो नर जम को पेखण ना पावे। कहंदे हन संगत कहती है, कहते जेड़ा भी बाबा बुढ़ा साहब जी का नाम ही लेगा वो भी पार हो जाया करेगा। एहो संगत को बोहत भारा को
ਭੋਜਨ ਤੇ ਕਰਹਿ ਨਿਸਤਾਰਾ। ਮਹਾਰਾਜ ਕਹਿੰਦੇ ਨੇ ਜਿਹੜਾ ਇਹਨਾਂ ਪਾੜ ਪਾਇਆ ਨਾ ਪਿੱਛੋਂ, ਜਿਹੜਾ ਇਹਦੇ ਦਰਸ਼ਨ ਕਰੇਗਾ ਜਾਂ ਇਹਦੇ ਵਿੱਚ ਦੀ ਲੰਘ ਜਾਏਗਾ, ਉਹਨੂੰ ਜਮਾਂ ਦੀ ਫਾਹੀ ਨਹੀਂ ਪੈਣੀ ਪਏਗੀ। ਸਾਧ ਸੰਗਤ, ਅੱਜ ਵੀ ਉਹ ਗੁਰਦੁਆਰਾ ਸਾਹਿਬ ਹੈ ਸੰਨ ਸਾਹਿਬ, ਅੱਜ ਵੀ ਉਹ ਗੁਰਦੁਆਰਾ ਜਿੱਥੇ ਮਹਾਰਾਜ ਸਾਹਿਬ ਜੀ ਬੈਠੇ ਸਨ, ਉਹ ਅੱਜ ਵੀ ਉਵੇਂ ਹੀ ਛੇਦ ਹੈ ਪਿੱਛੋਂ, ਉਹਦੇ ਵਿੱਚ ਦੀ ਸੰਗਤਾਂ ਹੁਣ ਲੰਘਦੀਆਂ ਨੇ। ਆਪ ਜੀ ਕਦੀ ਜਾਓਗੇ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਤੋਂ ਜਿੱਥੇ ਛਰਟਾ ਸਾਹਿਬ ਗੁਰਦੁਆਰਾ ਆਉਂਦਾ ਹੈ, ਰਾਹ ਵਿੱਚ ਜਾਂਦੇ ਆ ਸੰਨ ਸਾਹਿਬ, ਉਹ ਤੋਂ ਅੱਗੇ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਅੱਗੇ ਜਾ ਕੇ ਹੈ, ਉਹ ਅੱਜ ਵੀ ਉਵੇਂ ਬਣਿਆ ਹੋਇਆ ਗੋਲ, ਤੇ ਉਹਦੇ ਵਿੱਚੋਂ ਸੰਗਤਾਂ ਲੰਘਦੀਆਂ ਨੇ। ਮਹਾਰਾਜ ਨੇ ਵਰ ਦਿੱਤਾ ਜਿਹੜਾ ਸ਼ਰਧਾ ਭਾਵਨਾ ਨਾਲ ਇਹਦੇ ਦਰਸ਼ਨ ਕਰੇਗਾ, ਉਹਨੂੰ ਜਮਾਂ ਦੀ ਫਾਈ ਨਹੀਂ ਪਏਗੀ। ਸਿੱਖੀ ਅਵਦ ਨਾ ਇਸ ਤੇ ਪਰੈ, ਨਾਮ ਲਿਏ ਗਨ ਬਿਗਨ ਸੋ ਹਰੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿੱਡਾ ਵੱਡਾ ਮਹਾਰਾਜ ਜੀ ਨੇ ਵਰ ਦਿੱਤਾ। ਕਹਿੰਦੇ ਬਾਬਾ ਬੁੱਢਾ ਜੀ ਅੱਜ ਤੋਂ ਸਿੱਖੀ ਦੇ ਜਹਾਜ਼ ਨੇ, ਤੇ ਜਿਹੜੇ ਵੀ ਮਨੁੱਖ ਇਹਨਾਂ ਦੇ ਇਸ ਜਿੰਨੀ ਇਹਨਾਂ ਸੇਵਾ ਕੀਤੀ ਹੈ ਇਸ ਜਹਾਜ਼ ਤੇ ਚੜ੍ਹਨਗੇ ਉਹ ਪਾਰ ਹੋ ਜਾਣਗੇ। ਹੁਣ ਸਿੱਖੀ ਇਹਨਾਂ ਤੋਂ ਪਰਾਂ ਨਹੀਂ ਹੈ, ਕਿਉਂਕਿ ਇਹ ਸਿੱਖੀ ਦੇ ਬੜੇ ਵੱਡੇ ਬੋਹਿਤ ਹਨ, ਤੇ ਇਹ ਇਹਨਾਂ ਦਾ ਨਾਮ ਲਿਆਈ ਲੋਕਾਂ ਦੇ ਦੁੱਖ ਦੂਰ ਹੋ ਜਾਇਆ ਕਰਨਗੇ। ਬ੍ਰਿਧ ਨੇ ਕਹਿਓ ਤੁਰੰਗਣ ਖਰੀ, ਜਿਸ ਨੇ ਰਾਵਰ ਕੀ ਸੁਧ ਕਰੀ। ਬਾਬਾ ਬੁੱਢਾ ਜੀ ਕਹਿੰਦੇ ਸਾਹਿਬ ਜੀ ਜਿਹੜੀ ਘੋੜੀ ਇੱਥੇ ਸਾਨੂੰ ਲੈ ਕੇ ਆਈ ਹੈ ਉਹ ਬਾਹਰ ਖੜੀ ਹੋਈ ਹੈ। ਉਠੋ ਅਰੂਟੋ ਚਲੋ ਕਿਰਪਾਲਾ, ਸਦਨ ਆਪਣੇ ਗੋਇੰਦ ਵਾਲਾ। ਇਸ ਕਰਕੇ ਮਹਾਰਾਜ ਬੇਨਤੀ ਕੀਤੀ ਹੁਣ ਉਠੋ, ਸੰਗਤਾਂ ਤੁਹਾਡੀਆਂ ਉਡੀਕ ਕਰਦੀਆਂ ਨੇ ਗੋਇੰਦਵਾਲ ਸਾਹਿਬ, ਆਪ ਜੀ ਉਠੋ, ਚੱਲ ਕੇ ਉਹਨਾਂ ਨੂੰ ਦਰਸ਼ਨ ਦੇਣਾ ਕਰੋ। ਤਬ ਸ਼੍ਰੀ ਗੁਰ ਨਿਕਸੇ ਤਿਸ ਬਾਹਰ, ਖਰੇ ਭਏ ਦੇ ਦਰਸ਼ਨ ਜਾਹਰ। ਉਸ ਤੋਂ ਬਾਅਦ ਮਹਾਰਾਜ ਜੀ ਖੜੋ ਗਏ ਹਨ, ਉਹਨਾਂ ਦੇ ਦਰਸ਼ਨ, ਮਹਾਰਾਜ ਜੀ ਉੱਥੋਂ ਕੋਠੇ ਤੋਂ ਬਾਹਰ ਆਏ, ਸੰਗਤਾਂ ਉਹਨਾਂ ਦੇ ਦਰਸ਼ਨ ਕਰ ਰਹੀਆਂ ਹਨ। ਆਏ ਤੁਰੰਗਨ ਸੀਸ ਨਿਵਾਵਾ, ਗੁਰ ਕਾਵਤ ਹਿਰਦਾ ਹਰ ਖਾਵਾ। ਉਹ ਜਿਹੜੀ ਜਦੋਂ ਮਹਾਰਾਜ ਜੀ ਬਾਹਰ ਆਏ, ਜਿਹੜੀ ਘੋੜੀ ਉਹ ਖੁਸ਼ ਹੋ ਰਹੀ ਹੈ, ਮਾਨੋ ਆਪਣੇ ਆਪ ਚੀਖ ਰਹੀ ਹੈ, ਐਵੇਂ ਲੱਗਦਾ ਹੈ ਜਿਵੇਂ ਇਹ ਵੀ ਹਿਰਦੇ ਦੇ ਵਿੱਚ ਖੁਸ਼ੀ ਮਹਿਸੂਸ ਕਰ ਰਹੀ ਹੈ। ਤਬ ਸ਼੍ਰੀ ਅਮਰ ਫੇਰ ਕਰ ਹਾਥ, ਚੜੇ ਸਿਮਰ ਸ਼੍ਰੀ ਨਾਨਕ ਨਾਥ। ਮਹਾਰਾਜ ਜੀ ਉਹਦੇ ਤੇ ਹੱਥ ਫੇਰ ਕੇ ਸਾਹਿਬ ਜੀ ਉਹ ਘੋੜੀ ਤੇ ਬੈਠ ਗਏ ਹਨ। ਸੁੰਦਰ ਗਤ ਬਡਵਾ ਤਬ ਚਲੈ, ਸੰਗਤ ਚਲਤ ਸੰਗ ਸਭ ਮਿਲੈ। ਉਹ ਜਿਹੜੀ ਘੋੜੀ ਬੜੇ ਸੋਹਣੀ ਚਾਲ ਦੇ ਨਾਲ ਚੱਲ ਰਹੀ ਹੈ, ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਭਾਈ ਬ੍ਰਿਧ ਰਕਾਬ ਤਬ ਕਹੀ, ਸਭ ਹਨ ਅਸ ਸੋਭਾ ਤਬ ਲਹੀ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਰਕਾਬਾਂ ਫੜ ਲਈਆਂ ਹਨ ਘੋੜੀ ਦੀਆਂ, ਔਰ ਇਹ ਸ਼ੋਭਾ ਸਾਰੀ ਸੰਗਤ ਪ੍ਰਾਪਤ ਕਰ ਰਹੀ ਹੈ। ਚੱਲ ਆਏ ਇਮ ਗੋਇੰਦਵਾਲ, ਸਭ ਤੇ ਉਤਸਵ ਕੀਨ ਵਿਸਾਲ। ਮਹਾਰਾਜ ਚਲਦੇ ਚਲਦੇ ਗੋਇੰਦਵਾਲ ਸਾਹਿਬ ਆ ਗਏ ਹਨ, ਸਾਰੀ ਸੰਗਤ ਨੇ ਬੜੀ ਖੁਸ਼ੀ ਅਨੁਭਵ ਕੀਤੀ ਹੈ। ਦੀਪ ਮਾਲ ਸਗਰੇ ਪੁਰ ਹੋਈ, ਦਰਸ਼ਨ ਕਹੋ ਆਏ ਸਭ ਕੋਈ। ਸਾਰੇ ਗੋਇੰਦਵਾਲ ਸਾਹਿਬ 'ਚ ਦੀਪਮਾਲਾ ਹੋਈ, ਸਭ ਨੇ ਦੀਵੇ ਜਗਾਏ ਹਨ, ਜੋ ਜਿਵੇਂ ਸ਼੍ਰੀ ਰਾਮਚੰਦਰ ਜੀ ਆਏ ਅਯੋਧਿਆ ਵਾਸੀਆਂ ਨੇ ਜਗਾਏ, ਹੁਣ ਮਹਾਰਾਜ ਜੀ ਆਏ ਨੇ, ਦੀਪਮਾਲ ਹੋਈ ਹੈ, ਸੰਗਤ ਬਹੁਤ ਖੁਸ਼ ਹੋ ਰਹੀ ਹੈ, ਕਹਿੰਦੀ ਹੈ ਆਪ ਜੀ ਹੁਣ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ। ਮਧੁਰ ਪ੍ਰਸਾਦ ਭਇਓ ਸਮੁਦਾਈ, ਵਰਤਤ ਸੰਗਤ ਸਗਲ ਅਗਾਈ। ਸਾਰੀ ਸੰਗਤ ਨੂੰ ਮਿੱਠਾ ਪ੍ਰਸਾਦ ਵੰਡਿਆ ਗਿਆ ਖੁਸ਼ੀ ਦੇ ਅੰਦਰ, ਸਾਰੀ ਸੰਗਤ ਛਕ ਰਹੀ ਹੈ ਅਤੇ ਖੁਸ਼ ਅਨੁਭਵ ਕਰਦੀ ਹੈ। ਫੂਲਨ ਮਾਲਾ ਆਨਤ ਕੇਈ, ਦਰਸ਼ੈ ਕੇਤਿਕ ਆਨ ਫਲ ਦੇਈ। ਕਈ ਫੁੱਲਾਂ ਦੀਆਂ ਮਾਲਾਵਾਂ ਲੈ ਕੇ ਆਉਂਦੇ ਨੇ ਔਰ ਮਹਾਰਾਜ ਜੀ ਦੇ ਅੱਗੇ ਰੱਖਦੇ ਹਨ। ਸਭ ਸੰਗਤ ਕੀ ਸੁਣ ਕਰ ਬਿਨਤੀ, ਗਾਦੀ ਪਰ ਬੈਠੇ ਤਜ ਗਿਨਤੀ। ਮਹਾਰਾਜ ਜੀ ਸਾਰੀ ਸੰਗਤ ਦੀ ਬੇਨਤੀ ਸੁਣ ਕੇ ਸਾਰੀਆਂ ਚੀਜ਼ਾਂ ਨੂੰ ਭੁਲਾ ਕੇ ਗੁਰਤਾ ਗੱਦੀ ਤੇ ਬੈਠ ਗਏ ਹਨ। ਦੇਨ ਲਗੇ ਦਰਸ਼ਨ ਪੁਨ ਤੈਸੇ, ਸਿੱਖ ਸਰਬ ਪਰਵਾਰਤ ਵੈਸੇ। ਫਿਰ ਮਹਾਰਾਜ ਉਵੇਂ ਹੀ ਸੰਗਤ ਨੂੰ ਦਰਸ਼ਨ ਦੇਣ ਲੱਗੇ ਹਨ
ਜਿਵੇਂ ਪਹਿਲਾਂ ਦਿੰਦੇ ਸਨ। ਜੇ ਤੱਕ ਸੰਗਤ ਹੁਤੀਕ ਦੇਸੂ ਦਰਸ਼ਨ ਕਰਵਰ ਪਾਏ ਵਿਸ਼ੇਸੂ। ਜਿੰਨੀ ਵੀ ਸੰਗਤ ਵਿਦੇਸ਼ਾਂ ਵਿੱਚ ਹੁੰਦੀ ਸੀ ਸਾਰੀ ਆ ਕੇ ਮਹਾਰਾਜ ਦੇ ਦਰਸ਼ਨ ਕਰਦੀ ਹੈ। ਰਹੇ ਕੇਤਕ ਦਿਨ ਗਈ ਅਵਾਸੂ ਦਸ ਦੇਸ ਕੀਰਤ ਕਰਤ ਪ੍ਰਕਾਸੂ। ਕਈ ਸੰਗਤ ਆਉਂਦੀ ਸੀ ਥੋੜੇ ਦਿਨ ਰਹਿੰਦੀ ਸੀ, ਉਸ ਤੋਂ ਬਾਅਦ ਆਪਣੇ ਘਰਾਂ ਨੂੰ ਚਲ ਜਾਇਆ ਕਰਦੀ ਸੀ। ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਬਿਰਾਜੇ ਆਏ। ਐਵੇਂ ਮਹਾਰਾਜ ਪਹਿਲਾਂ ਗੋਇੰਦਵਾਲ ਸਾਹਿਬ ਤੋਂ ਗਏ, ਹੁਣ ਆ ਕੇ ਗੋਇੰਦਵਾਲ ਸਾਹਿਬ ਬਰਾਜ ਗਏ ਹਨ। ਭਾਈ ਬ੍ਰਿਧ ਕੇਤਿਕ ਦਿਵਸ ਰਹੋ ਨਿਕਟ ਸੁਖ ਪਾਏ। ਬਾਬਾ ਬੁੱਢਾ ਜੀ ਵੀ ਕਈ ਦਿਨ ਨੇੜੇ ਰਹੇ, ਉਸ ਤੋਂ ਬਾਅਦ ਉਹ ਚਲੇ ਗਏ ਹਨ। ਦਾਤੂ ਲਾਤ ਵਿਖੇ ਦੁਖ ਭਇਓ ਅਸਥ ਵਿਚੇ ਤੇਤੇ ਪਿਰਤ ਪਿਕਿਓ। ਕਿਵੇਂ ਇਵੇਂ ਹੁਣ ਜਿਹੜਾ ਪਰਾਂ ਦਾਤੂ ਹੈ ਜਿਹਨੇ ਲੱਤ ਮਾਰੀ ਹੈ ਉਹ ਬੜਾ ਦੁਖੀ ਹੋ ਰਿਹਾ ਹੈ, ਹੱਡੀ ਦੇ ਵਿੱਚ ਪੀੜ ਹੁੰਦੀ ਹੈ ਲੱਤ ਦੀ, ਸਾਰਾ ਦਿਨ ਚੀਕਾਂ ਹੀ ਮਾਰਦਾ ਰਹਿੰਦਾ ਹੈ। ਗੁਰੂ ਅਵਗਿਆ ਤੇ ਦੁਖ ਪਾਵੇ ਆਏ ਸਮੀਪ ਨਹੀਂ ਬਖਸ਼ਾਵੇ। ਹੁਣ ਗੁਰੂ ਦੀ ਅਵਗਿਆ ਕੀਤੀ ਦੁੱਖ ਪਾ ਰਿਹਾ, ਪਰ ਨੇੜੇ ਆ ਕੇ ਬਖਸ਼ਾਉਂਦਾ ਵੀ ਨਹੀਂ। ਇਹ ਨਹੀਂ ਹੈ ਵੀ ਮੈਂ ਗੁਰੂ ਦੇ ਕੋਲ ਜਾਵਾਂ, ਜੇ ਭੁੱਲ ਹੋ ਗਈ ਹੈ, ਭੁੱਲ ਮਨੁੱਖਾਂ ਤੋਂ ਹੀ ਹੁੰਦੀ ਹੈ, ਹੁਣ ਮਹਾਰਾਜ ਦੇ ਕੋਲ ਆ ਕੇ ਬਖਸ਼ਾਉਂਦਾ ਵੀ ਨਹੀਂ ਹੈ। ਲੱਜਾ ਜੁਤ ਕਿਆ ਮੁਖ ਲੈ ਜੋ ਹੈ ਬੈਠ ਸਭਾ ਸੋਭਾ ਕਿਮ ਲੈ ਹੈ। ਹੁਣ ਸੋਚਦਾ ਕਿਹੜਾ ਮੂੰਹ, ਸ਼ਰਮ ਆਉਂਦੀ ਹੈ ਕਿਹੜਾ ਮੂੰਹ ਲੈ ਕੇ ਜਾਵਾਂ। ਸੰਗਤ ਕੀ ਕਹੇਗੀ ਵੀ ਐਸਾ ਇਨਸਾਨ, ਐਸਾ ਹੰਕਾਰੀ ਇਨਸਾਨ ਜਿਸ ਨੇ ਕਦੇ ਗੁਰੂ ਪੀਰ ਦੀ ਵੈਲਿਊ ਨਹੀਂ ਸਮਝੀ, ਉਹ ਕਿਸੇ ਦੀ ਕੀ ਸਮਝੇਗਾ। ਇਸ ਕਰਕੇ ਆਪਣੇ ਹਿਰਦੇ ਦੇ ਵਿੱਚ ਹਮੇਸ਼ਾ ਝੂਰਦਾ ਰਹਿੰਦਾ ਹੈ। ਸਤਨ ਵਿਖੇ ਬੈਠਿਓ ਨਿਤ ਰਹਿ ਕਸ਼ਟ ਲਾਤ ਕੋ ਦੀਰਗ ਸਹਿ। ਹੁਣ ਘਰ ਦੇ ਵਿੱਚ ਹੀ ਬੈਠਾ ਰਹਿੰਦਾ ਹੈ, ਲੱਤ ਦਾ ਦੁੱਖ ਹੈ, ਸਾਰਾ ਦਿਨ ਉਹ ਪੀੜਾ ਦੇ ਵਿੱਚ ਹੀ ਕਰਲਾਉਂਦਾ ਰਹਿੰਦਾ ਹੈ। ਹਰਖ ਨ ਸੋਕ ਨ ਰਹਿ ਸਮਾਨ ਸ੍ਰੀ ਸਤਿਗੁਰ ਉਰ ਚਿਮਾ ਨਿਧਾਨ। ਮਹਾਰਾਜ ਨਾ ਹਰਖ ਵਿੱਚ ਜਾਂਦੇ ਨੇ ਨਾ ਸ਼ੋਕ ਵਿੱਚ, ਉਹ ਹਮੇਸ਼ਾ ਪਰਮੇਸ਼ਰ ਦਾ ਭਾਣਾ ਹੈ, ਉਹਨਾਂ ਨੂੰ ਪਤਾ ਹੈ ਹਰਖ ਤੇ ਸ਼ੋਕ ਰੱਬ ਦੇ ਭਾਣੇ ਵਿੱਚ ਹੀ ਨੇ। ਤੇ ਮਹਾਰਾਜ ਹਮੇਸ਼ਾ ਕਿਰਪਾ ਨਿਧਾਨ ਨੇ, ਜਿਵੇਂ ਕਿਉਂਕਿ ਜੈਸੇ ਪਰਮਾਤਮਾ ਦੇ ਗੁਣ ਹੁੰਦੇ ਨੇ ਸਾਧ ਸੰਗਤ, ਐਸੇ ਹੀ ਗੁਣ ਉਹਦੇ ਭਗਤ ਦੇ ਵੀ ਹੁੰਦੇ ਨੇ। ਭਗਤ ਕਿਰਪਾਲੂ ਹੁੰਦਾ ਹੈ, ਦਿਆਲੂ ਹੁੰਦਾ ਹੈ, ਐਵੇਂ ਉਹਦਾ ਭਗਤ ਵੀ ਹੁੰਦਾ ਹੈ। ਹੁਣ ਦਾਤੂ ਨੂੰ ਇਹ ਗੱਲ ਪਤਾ ਵੀ ਹੈ, ਆਉਂਦਾ ਨਹੀਂ ਹੈ। ਸਾਧ ਸੰਗਤ ਦੱਸਦੇ ਨੇ ਇਹ ਅਰਦਾਸ ਦੀ ਕਿੱਡੀ ਵੱਡੀ ਸ਼ਕਤੀ ਹੈ। ਉਸੇ ਕਿਤਾਬ 'ਚ ਉਹਨਾਂ ਇੱਕ ਹੋਰ ਸਟੋਰੀ ਲਿਖੀ ਹੈ। ਉਹ ਕਹਿੰਦੇ ਨੇ ਕੋਈ ਉਹਨਾਂ ਦੇ ਕੋਲ ਗਿਆਨੀ ਜੀ ਸਨ, ਉਹ ਕਲਕੱਤੇ ਰਹਿੰਦੇ ਸੀ, ਪਹਿਲਾਂ ਉਹ ਫੌਜ ਵਿੱਚ ਸਨ। ਕਲਕੱਤਾ ਉਹਨਾਂ ਦੇ ਕੋਲ ਚਲੇ ਗਏ ਕਿਸੇ ਨੌਕਰੀ ਵਾਸਤੇ ਸਨ। ਉਹਨਾਂ ਦੀ ਕਿਤਾਬ ਉਹਨਾਂ ਬੰਦਗੀਨਾਮਾ ਭਾਈ ਰਘਬੀਰ ਸਿੰਘ ਦੀ ਬੀਰ ਦੀ ਪੜ੍ਹੀ ਹੋਈ ਸੀ। ਕਹਿੰਦੇ ਉੱਥੇ ਗਏ ਉਹਨਾਂ ਦੇ ਕੋਲ, ਉੱਥੇ ਜਾ ਕੇ ਉਹਨਾਂ ਇੰਟਰਵਿਊ ਦਿੱਤਾ। ਜਿਹੜਾ ਇੰਜੀਨੀਅਰ ਸੀ ਉਹ ਕਹਿੰਦਾ ਤੁਸੀਂ ਕੁਆਲੀਫਾਈ ਨਹੀਂ ਹੋ। ਉਹ ਆ ਗਏ ਰਘਬੀਰ ਸਿੰਘ ਬੀਰ ਦੇ ਕੋਲ, ਆ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਮੈਂ ਆਇਆ ਤੇ ਇੱਥੇ ਇੰਟਰਵਿਊ ਲਈ ਸੀ, ਫਿਰ ਮੈਂ ਸੋਚਿਆ ਆਇਆ ਤੇ ਤੁਹਾਨੂੰ ਵੀ ਮਿਲ ਜਾਵਾਂ, ਏਡੇ ਵੱਡੇ ਤੁਸੀਂ ਫਿਲੋਸਫਰ ਹੋ, ਇੰਨਾ ਤੁਸੀਂ ਨਾਮ ਜਪਦੇ ਹੋ, ਇੰਨਾ ਕੁਛ ਲਿਖਦੇ ਹੋ। ਕਹਿੰਦੇ ਕਿਹੜੇ ਕਾਰਜ ਵਾਸਤੇ ਆਏ ਸੀ? ਉਹਨਾਂ ਕਿਹਾ ਮੈਂ ਨੌਕਰੀ ਵਾਸਤੇ ਆਇਆ ਸੀ। ਮਿਲੀ? ਕਹਿੰਦੇ ਨਹੀਂ, ਜਿਹਨੇ ਮੇਰਾ ਇੰਟਰਵਿਊ ਲਿਆ ਉਹਨੇ ਲਿਖਤ 'ਚ ਤੇ ਨਹੀਂ, ਮੂੰਹ ਤੋਂ ਹੀ ਜਵਾਬ ਦੇ ਦਿੱਤਾ ਵੀ ਅਸੀਂ ਨਹੀਂ ਰੱਖ ਸਕਦੇ। ਉਹ ਆਂਦੇ ਨੇ ਵੀ ਜਦੋਂ ਤੁਸੀਂ ਆਏ ਸੀ ਇੰਟਰਵਿਊ ਲਈ ਤੁਸੀਂ ਪਰਮੇਸ਼ਰ ਅੱਗੇ ਬੇਨਤੀ ਕੀਤੀ ਸੀ? ਕਹਿੰਦੇ ਪਰਮੇਸ਼ਰ ਅੱਗੇ ਹਾਂ ਕੀਤੀ ਸੀ, ਜਿਵੇਂ ਆਪਾਂ ਹਾਂ ਕੀਤੀ ਸੀ। ਕਹਿੰਦੇ ਨਹੀਂ, ਤੁਸੀਂ ਉਹਨਾਂ ਦੇ ਨਾਲ ਕੋਈ ਵਾਅਦਾ ਕੀਤਾ ਸੀ? ਉਹ ਤੇ ਨਹੀਂ ਕੀਤਾ। ਇਹ ਤਾਂ ਹੀ ਤੇ ਫਿਰ ਉਹ ਕਹਿੰਦੇ ਨੇ ਨਹੀਂ, ਇਹ ਤੇ ਭਾਣਾ ਹੈ ਰੱਬ ਦਾ, ਕੋਈ ਗੱਲ ਨਹੀਂ ਮਿਲੀ ਤੇ ਨਹੀਂ ਸਹੀ। ਕਹਿੰਦੇ ਨਹੀਂ, ਤੁਸੀਂ ਇਹ ਭਾਣਾ ਮੰਨ ਨਹੀਂ ਰਹੇ ਹੋ, ਤੁਸੀਂ ਆਪਣੀ ਨਿਰਾਸ਼ਾ ਨੂੰ ਦੂਰ ਕਰਨ ਵਾਸਤੇ ਕਹਿ ਰਹੇ ਹੋ ਇਹ ਰੱਬ ਦਾ ਭਾਣਾ ਹੈ। ਅਸਲ ਦੇ ਤੁਸੀਂ ਖੁਸ਼ ਥੋੜੀ ਨਾ ਹੋ, ਤੁਸੀਂ ਤੇ ਇਹੀ ਚਾਹੁੰਦੇ ਹੋ ਮਿਲ ਜਾਏ, ਪਰ ਹੁਣ ਨਹੀਂ ਮਿਲੀ, ਹੁਣ ਇਹਨੂੰ ਕਹਿੰਦੇ ਹੋ ਰੱਬ ਦਾ ਭਾਣਾ। ਜੇ ਭਾਣਾ ਹੈ ਤੇ ਖੁਸ਼ ਰਹੋ। ਤੁਹਾਡੇ ਬਚਨ ਤੇ ਇਹ ਦੱਸਦੇ ਨੇ ਤੁਸੀਂ ਦੁਖੀ ਹੋ। ਕਹਿੰਦੇ ਇਹ ਤੇ ਗੱਲ ਤੁਹਾਡੀ ਠੀਕ ਹੈ, ਮੈਂ ਦੁਖੀ ਹਾਂ।
ਕਹਿੰਦੇ ਇਹਦਾ ਮਤਲਬ ਇਹ ਹੈ ਤੁਸੀਂ ਪਰਮੇਸ਼ਰ ਨੂੰ ਕਿਹਾ ਨਹੀਂ। ਹੁਣ ਹੈਰਾਨ ਹੋ ਗਏ ਉਹ ਗਿਆਨੀ ਜੀ, ਬਈ ਪਰਮੇਸ਼ਰ ਨੂੰ ਹੋਰ ਕਿਹੜੇ ਤਰੀਕੇ ਨਾਲ ਕਿਹਾ ਜਾਂਦਾ? ਹੁਣ ਜਿਹੜਾ ਤੇ ਉਹਦੇ ਤੇ ਪਹੁੰਚਿਆ ਉਹ ਤੇ ਤਰੀਕੇ ਜਾਣਦਾ ਹੈ। ਉਹ ਕਹਿੰਦਾ ਗੁਰਬਾਣੀ ਕਹਿੰਦੀ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜੇ ਤੁਸੀਂ ਉਹਦੇ ਅੱਗੇ ਗਿੜਗੜਾ ਕੇ ਕੋਈ ਬੇਨਤੀ ਕੀਤੀ ਹੁੰਦੀ, ਮਤਲਬ ਹੀ ਨਹੀਂ ਤੁਹਾਨੂੰ ਉਹ ਡਿਸਕੁਆਲੀਫਾਈ ਕਰ ਦਿੰਦਾ। ਤੁਸੀਂ ਉੱਤੋਂ ਹੀ ਕਹਿ ਕੇ ਆ ਗਏ ਹੋ। ਇਹਦੇ ਸਭ ਤੋਂ ਵੱਡੀ ਗੱਲ ਹੈ ਜਿਹਦੇ ਅੱਗੇ ਬੇਨਤੀ ਕਰੀਏ ਉਹਦੇ ਨਾਲ ਵਾਅਦਾ ਕਰੀਏ ਘੱਟੋ ਘੱਟ, ਹੇ ਪਰਮੇਸ਼ਰ ਮੇਰੇ ਤੇਰੇ ਤੋਂ ਸਿਵਾਏ ਮੇਰਾ ਹੋਰ ਕੋਈ ਨਹੀਂ ਹੈ, ਮੈਨੂੰ ਇਹ ਤੂੰ ਜ਼ਰੂਰ ਦੇਣਾ ਜੇ ਤੇਰੀ ਅਰਦਾਸ ਹੈ। ਮਹਾਰਾਜ ਕਹਿੰਦੇ ਬਾਣੀ ਦਾ ਉਹਨਾਂ ਸ਼ਬਦ ਦੱਸਿਆ, ਗੁਰਬਾਣੀ ਕਹਿੰਦੀ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਰੱਬ ਤੇ ਉਹਦੇ ਕਾਜ ਸਵਾਰਦਾ। ਗੱਲ ਇਹ ਵਿਸ਼ਵਾਸ ਦੀ ਹੈ। ਕਹਿੰਦੇ ਇਹ ਤੇ ਤੁਹਾਡੀ ਗੱਲ। ਕਹਿੰਦੇ ਚਲੋ ਉਦੋਂ ਨਹੀਂ ਨਾ ਕੀਤਾ, ਹੁਣੇ ਕਰ ਲਓ। ਕਹਿੰਦੇ ਹੁਣ ਤੇ ਜਵਾਬ ਦੇ ਦਿੱਤਾ। ਕਹਿੰਦਾ ਨਹੀਂ, ਉਹ ਜਵਾਬ ਵਾਲਿਆਂ ਤੋਂ ਵੀ ਹਾਂ ਕਰਾ ਲੈਂਦਾ। ਵੇਖੋ ਉਹਨਾਂ ਦਾ ਵਿਸ਼ਵਾਸ ਉਹਨਾਂ ਬੰਨਣਾ ਸੀ। ਕਹਿੰਦੇ ਹੁਣੇ ਹੀ ਕਰ ਲਓ ਪਰਮੇਸ਼ਰ ਅੱਗੇ ਬੇਨਤੀ, ਹੁਣੇ ਹੀ ਉਹਨੂੰ ਕਹਿ ਲਓ ਪਰਮੇਸ਼ਰ ਤੇਰੇ ਨਾਲ ਮੇਰਾ ਵਾਅਦਾ ਰਿਹਾ, ਪਰਮੇਸ਼ਰ ਤੂੰ ਮੈਨੂੰ ਨੌਕਰੀ ਦੇ, ਮੈਂ ਤੇਰਾ ਹੀ ਹਾਂ, ਤੇਰੇ ਤੋਂ ਬਗੈਰ ਮੇਰਾ ਕੋਈ ਆਸਰਾ ਨਹੀਂ, ਮੈਨੂੰ ਇਹਦੀ ਜ਼ਰੂਰਤ ਹੈ। ਇਹ ਕਹੋ ਉਹਦੇ ਸਾਹਮਣੇ। ਕਹਿੰਦੇ ਚਲੋ ਠੀਕ ਹੈ। ਉਹਨਾਂ ਕਿਹਾ। ਕਹਿੰਦੇ ਇੱਕ ਦਿਨ ਬਾਅਦ ਉਹਨਾਂ ਮੈਨੂੰ ਫੋਨ ਕੀਤਾ। ਕਹਿੰਦੇ ਜਿਹਨੇ ਮੈਨੂੰ ਨਾ ਕੀਤੀ ਉਹਨੇ ਮੈਨੂੰ ਹਾਂ ਕਰ ਦਿੱਤੀ ਹੈ। ਸਾਧ ਸੰਗਤ, ਇਹ ਜਿਹੜੀ ਅਰਦਾਸ ਦੀ ਸ਼ਕਤੀ ਹੈ ਉਹ ਬਹੁਤ ਮਹਾਨ ਹੈ। ਔਰ ਇਹਦੇ ਵਿੱਚ ਹੀ ਉਹ ਦੱਸਦੇ ਨੇ, ਕਹਿੰਦੇ 1939 ਦੇ ਵਿੱਚ ਉਹ ਇੱਥੇ DSP ਸਨ, ਫਿਰੋਜ਼ਪੁਰ, ਅੰਗਰੇਜ਼ਾਂ ਦਾ ਰਾਜ ਸੀ। ਔਰ ਉਦੋਂ ਇਸ ਪੋਸਟ 'ਤੇ ਪੱਕਾ ਨਹੀਂ ਸੀ ਕੀਤਾ ਜਾਂਦਾ। ਕਹਿੰਦੇ ਮੈਂ ਪੱਕਾ ਨਾ ਹੋਇਆ, ਮੇਰੀ ਘਰ ਦੇ ਨੇ ਸੋਚਿਆ ਵੀ ਇਹ ਪੱਕੇ ਨਹੀਂ ਹੋ ਰਹੇ, ਇਹਦੇ ਵਾਸਤੇ ਕੁਝ ਕਰਾਂ। ਕਹਿੰਦੇ ਉਹਨਾਂ ਨੇ ਇਹ ਜਿਹੜਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਵਸ ਕਰ ਦੀਨੇ, ਅੰਮ੍ਰਿਤ ਨਾਮ। ਇਹ ਪੂਰਾ ਸ਼ਬਦ ਕਹਿੰਦੇ 1.5 ਲੱਖ ਵਾਰੀ ਉਹਨੇ ਇਹ ਸ਼ਬਦ ਪੜ੍ਹਿਆ ਮੇਰੀ ਘਰ ਦੀ। ਕਹਿੰਦੇ ਜਿਸ ਦਿਨ 1.5 ਲੱਖ ਵਾਰੀ ਹੋ ਗਿਆ ਨਾ, ਉਸ ਦਿਨ ਉਹਨੇ ਅਰਦਾਸ ਕੀਤੀ ਸਵੇਰੇ। ਮੈਨੂੰ ਵੀ ਕਹਿੰਦੀ ਤੁਸੀਂ ਵੀ ਅਰਦਾਸ ਕਰੋ। ਕਹਿੰਦੇ ਮੈਂ ਵੀ ਅਰਦਾਸ ਵਿੱਚ ਸ਼ਾਮਲ ਹੋ ਗਿਆ। ਕਹਿੰਦੇ ਅਰਦਾਸ ਕੀਤੀ। 10 ਵਜੇ ਮੈਨੂੰ ਮੇਰੇ ਹੈੱਡਕੁਆਰਟਰ 'ਚੋਂ ਫੋਨ ਆਇਆ ਕਿਸੇ ਦੋਸਤ ਦਾ। ਕਹਿੰਦੇ ਤੁਹਾਡੇ ਉੱਤੇ ਪਾਰਟੀ ਹੋ ਗਈ ਹੈ। ਕਿਉਂ? ਕਹਿੰਦੇ ਤੁਸੀਂ ਪੱਕੇ ਹੋ ਗਏ ਹੋ। ਅਸਲ 'ਚ ਸਾਧ ਸੰਗਤ, ਪਰਮੇਸ਼ਰ ਬਹੁਤ ਵੱਡੀ ਤਾਕਤ ਹੈ। ਗੱਲ ਇੰਨੀ ਹੈ ਉਹਨੂੰ ਯਾਦ ਕਰਨ ਦੀ। ਔਰ ਗੁਰੂ ਮਹਾਰਾਜ ਨਾ ਪਰਮੇਸ਼ਰ ਦੀ ਬੋਲੀ ਦਾ ਜ਼ਿਕਰ ਕਰਦੇ ਨੇ। ਕਦੀ ਐਵੇਂ ਨਾ ਹੋਏ ਕਿ ਤਾਂ ਸਾਡੀ ਬੋਲੀ ਨਾ ਉਹਦੇ ਨਾਲ ਮੈਚ ਕਰ ਰਹੀ ਹੋ। ਐਵੇਂ ਵੀ ਹੋ ਸਕਦਾ ਹੈ ਨਾ, ਅਸੀਂ ਜਿਵੇਂ ਇੰਗਲਿਸ਼ ਬੋਲਦੇ ਹੋਈਏ, ਦੂਜਾ ਹਿੰਦੀ ਬੋਲਦਾ ਹੋਏ, ਕਦੇ ਵੀ ਆਪਸ ਕਨਵਰਸੇਸ਼ਨ ਨਹੀਂ ਹੋਏਗੀ, ਗੱਲਬਾਤ ਹੋ ਹੀ ਨਹੀਂ ਸਕੇਗੀ। ਜੇ ਇੱਕ ਇੰਗਲਿਸ਼ ਬੋਲਦਾ ਹੈ, ਦੂਜਾ ਵੀ ਇੰਗਲਿਸ਼ ਵਾਲਾ ਚਾਹੀਦਾ। ਗੁਰਬਾਣੀ ਕਹਿੰਦੀ ਪਰਮੇਸ਼ਰ ਦੀ ਇੱਕ ਬੋਲੀ ਹੈ। ਆਪਾਂ ਵੇਖ ਲੈਣਾ ਕਿ ਸਾਡੇ ਕੋਲ ਇਹ ਬੋਲੀ ਹੈ, ਕਿਉਂਕਿ ਉਹਦੇ ਕੋਲ ਹਿੰਦੀ ਇੰਗਲਿਸ਼ ਤੋਂ ਉੱਤੇ ਹੈ। ਉਹ ਮਹਾਰਾਜ ਕਹਿੰਦੇ ਨੇ ਭਾਖਿਆ ਭਾਓ ਅਪਾਰ। ਪਰਮੇਸ਼ਰ ਨੂੰ ਇੱਕ ਹੀ ਬੋਲੀ ਆਉਂਦੀ ਹੈ ਸਾਧ ਸੰਗਤ, ਉਹ ਪ੍ਰੇਮ ਦੀ ਹੈ। ਵੇਖਣਾ ਕਦੇ ਹਿਰਦੇ ਵਿੱਚ ਪ੍ਰੇਮ ਨਾ ਹੋਏ ਤਾਂ ਹੀ ਨਾ ਉਹਦੇ ਤੇ ਅਰਦਾਸ ਪਹੁੰਚਦੀ ਹੋਵੇ। ਕਿ ਪਤਾ ਉਹਦੇ ਪ੍ਰਤੀ ਦਿਲ ਵਿੱਚ ਪ੍ਰੇਮ ਹੀ ਨਾ ਹੋਏ, ਕਿ ਪਤਾ ਤਾਂ ਹੀ ਨਾ ਸੁਣਦਾ ਹੋਏ ਉਹ। ਨਹੀਂ, ਐਸਾ ਤੇ ਨਹੀਂ ਹੈ, ਉਹ ਸੁਣਦਾ ਸਾਰਿਆਂ ਦੀ ਹੈ। ਪਰ ਗੱਲ ਇਹ ਹੈ ਪ੍ਰੇਮ ਨਾਲ ਜਿਹੜਾ ਪੁਕਾਰਦਾ ਉਹਦੀ ਸੁਣਦਾ ਹੈ ਉਹ। ਜਿਨ੍ਹਾਂ ਨੇ ਪ੍ਰੇਮ ਨਾਲ ਉਹਨੂੰ ਯਾਦ ਕੀਤਾ, ਪ੍ਰੇਮ ਨਾਲ ਉਹਦੀਆਂ ਰਾਗਾਂ ਨੂੰ ਗਾਇਆ, ਪ੍ਰੇਮ ਨਾਲ ਉਹਦਿਆਂ ਸ਼ਬਦਾਂ ਨੂੰ ਗਾਇਆ, ਗੁਰਬਾਣੀ ਕਹਿੰਦੀ ਉਹਨਾਂ ਦੇ ਤੇ ਕਾਰਜ ਵੀ ਉਹ ਆਪ ਸਵਾਰਦਾ ਰਿਹਾ ਆ ਕੇ। ਔਰ ਅੱਜ ਦਾ ਨਹੀਂ, ਗੁਰਬਾਣੀ ਕਹਿੰਦੀ ਜਦੋਂ ਦੀ ਇਹ ਧਰਤੀ ਤੁਰੀ ਹੈ ਉਦੋਂ ਦਾ ਹੀ ਉਹ ਜਿਹੜੇ ਉਹਨੂੰ ਪ੍ਰੇਮ ਨਾਲ ਯਾਦ ਕਰਦੇ ਨੇ ਉਹਨਾਂ ਦੇ ਕਾਰਜ ਉਦੋਂ ਦਾ ਹੀ ਸਵਾਰਦਾ ਰਿਹਾ। ਉਹਨਾਂ ਨੂੰ ਲੋਕ ਦੇ ਵੀ ਸੁੱਖ ਦਿੰਦਾ ਰਿਹਾ, ਪਰ ਲੋਕ ਦੇ ਵੀ। ਗੁਰਬਾਣੀ ਦਾ ਫਰਮਾਨ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ। ਅੱਜ ਦਾ ਨਹੀਂ ਸਾਧ ਸੰਗਤ, ਕੋਈ ਸਾਡੇ
साडी गल नहीं है, ये तो युगां तो है। जिन्हें उन्होंने प्रेम, गुरु गोबिंद सिंह जी का फरमान है, साच कहूँ सुन लेहो सबै, इन्हें मैं सच कह रहा, सारे जने सच करके मनना, जिन प्रेम कियो तिन ही प्रभु पाए। जिन्हों ने प्रेम किया है उन्होंने परमेश्वर को पाया है। साध संगत इस करके ये बोली तैयार करिए, किहड़ी बोली? प्रेम दी। पहला तो अपने अंदर प्रेम होएगा, किसी नाल प्रेम नाल बोलीए। आपां उस दिन भी कहा सी, साध संगत दुनिया वर्त रखती है, किसी दिन भुखे रहन दा, किसी देवते के उपलक्ष्य में रखती है, अड अड वर्त संगत रखती है, लोग रखते हैं। पर किते एक दिन ऐसा वर्त भी रखिए भी अज मैं हाथ ही जोड़ने ने ते सारिਆਂ नाल प्रेम नाल ही बोलना। एक दिन ऐसा कर लीए, हफ्ते दे विच 7 दिन ने, एक दिन ऐसा वर्त रख लिया जाए भी अज हाथ जोड़ने ने, सब नाल प्रेम नाल ही बोलना है। कोई कोड़ा भी बोलेगा तां भी प्रेम नाल बोलना, मैनू कोई माड़ा भी कह गया तां भी मैं प्रेम नाल बोलना है। किते ऐसा वर्त मनुख रखना शुरू कर दे, गुनाह दी खान बन जाएगा। और जिस दिन प्रेम अंदर आ गया, बाणी कहती है फिर इनू बोलण की लोड़ नहीं, विण बोलिया सब की जानदा, फिर इनू बोलण की लोड़ नहीं है। बोलन की लोड़ उदों तई है जदों तई प्रेम बोली नहीं मैच कर रही। जिस दिन बोली मैच कर गई उस दिन तो दिलों जान लेना उन्हें, विण बोलिया सब की जानदा, किस आगे कीचे अरदास। फिर अरदास किहदे अगे करनी है? वो तो बिना बोलिया ही जान लैंदा है। भला बुरा किस हूँ न बखान है, सब पर दया दृष्ट को ठान है। भाई जी कहते ने महाराज किहड़े, परमेश्वर किहड़ा किसी नाल वैर करदा है? गुरु नहीं किसी नूं ना भला कहंदा है ना बुरा कहंदा है। सतगुर सबना दा भला मनाएगा। गुरु तो हमेशा सारिਆਂ ਦਾ भला ही मनाउंदा है। महाराज ने दातू नूं ਇਹ ਕਿਹਾ नहीं है तेरा बुरा हो जाए, पर असल दे गल ये है, निर्वैरां नाल जो वैर चलाएंदे वो धर्म दा ना, धर्म नाए पचंदे, धर्म दा न्याय है। ਜਿਹੜੇ निर्वैरां नाल वैर करते हैं उन्होंने रब ने सज़ा देनी हुंदी है, महाराज ने नहीं कहा। पर यह रब का विधान है दुनिया का। ਜਿਹੜਾ ਕਿਸੇ ਨਾਲ वैर नहीं करता, ਜਿਹੜੇ ਉਹਦੇ ਨਾਲ वैर करते हैं, परमेश्वर उन्होंने जरूर मारता है। तब भाई बुढ़े कर जोरे, विदा होए गमन्यो ग्रह औरे। बाबा बुढ़ा जी महाराज अगे हाथ जोड़ के खलो गए, कहते साहिब जी मैं हुण अपने घर जाना चाहता हाँ। ज्ञानवान गुर ध्यान सदीवा, सब ते ऊंच अधिक मन नीवा। कहते बाबा बुढ़ा जी हमेशा ही अपना ध्यान गुरु वाली रखते सन, हमेशा ही वाहिगुरु वाहिगुरु कहना है। सब तो उच्चे सन, रहिंदे सब तो नीवे सन। यही महाराज बाणी दे विच कहंदे ने, जेड़ा हजे ताई अपने आप नूं उच्चा कह रहा है ना साध संगत, हजे ताई तो उहदे कोल कुछ भी नहीं है। जेड़ा ये कह दवे ना मैं कदे पाप नहीं किया, वो हजे बड़े बड़े भुलेखे च है। दुनिया दे विच ना जन्म तो लैके जदों ते दुनिया ते रहना है 50-60 साल, ऐसा कोई मनुख नहीं है जिहड़ा कदे क्रोध च ना बोलिया होए, तो ऐसा कोई भी नहीं है जिहड़ा शांति च ना रहा होए, दोवें रहिंदे ने। और दुनिया ते ऐसा कोई मनुख नहीं 70-80 साल की उम्र च जिन्हें पाप ना किए होण, और ऐसा भी नहीं है उन्हें पुण्य नहीं किए, पुण्य भी किए। ये अपने मन नूं कदे संकल्प नहीं चुकना चाहिए मैं ठीक हाँ। मन तो यही चाहता है भी ये मैनू यही कहता रहे मैं ठीक हाँ। इस करके गुरबाणी कहती है, आपस को जो जाने नीचा सो गणिया सब ते ऊंचा। जेड़ा अपने आप नूं नीवा कहता है ना साध संगत, असल दे विच वही मनुख सब तो उच्चा हुंदा है। जेड़े अपने आप नूं नीवें रखते हैं फल उन्होंने ही लगते हैं, उच्चियां नूं नहीं। इस करके बाबा बुढ़ा साहिब जी ज्ञान बड़ा है, ब्रह्म ज्ञानी ने, पर हमेशा नीवें ही रहिंदे हन। पारो जुलका डल्ले माहे, परमेश्वर सो प्रेम माहे। एक भाई पारो जुलका सिख है डल्ले पिंड का,
ਉਹਨਾਂ ਦਾ ਪਰਮੇਸ਼ਰ ਦੇ ਨਾਲ ਬੜਾ ਪ੍ਰੇਮ ਹੈ। ਸਾਧ ਸੰਗਤ, ਬਾਬਾ ਬੁੱਢਾ ਸਾਹਿਬ ਜੀ 120-25 ਸਾਲ ਦੇ ਲਗਭਗ ਗੁਰੂ ਘਰ ਉਹਨਾਂ ਸੇਵਾ ਕੀਤੀ ਹੈ। 120-25 ਸਾਲ। ਜਦੋਂ ਇੰਨੀ ਏਜ ਤੋਂ ਬਾਅਦ ਇੰਨੀ ਉਮਰ ਹੋ ਗਈ ਨਾ, 114-15 ਸਾਲ, ਉਹਨਾਂ ਦੇ ਘਰ ਦੇ ਆਏ, ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ, ਮਹਾਰਾਜ ਮੇਰੀ ਹੁਣ ਉਮਰ ਬਜ਼ੁਰਗ ਹੋ ਗਈ ਹੈ, ਮੈਂ ਹੁਣ ਸੋਚਦਾ ਵੀ ਗੁਰੂ ਘਰ ਤੇ ਭਾਰ ਨਾ ਬਣਾ, ਮੈਂ ਹੁਣ ਆਪਣੇ ਘਰ ਜਾਣਾ ਚਾਹੁੰਦਾ ਉੱਥੇ। ਔਰ ਸਾਧ ਸੰਗਤ ਵੇਖੋ, ਜਿਹਨੇ ਸਾਰੀ ਉਮਰ ਗੁਰੂ ਘਰ ਗੁਜ਼ਾਰੀ ਹੋਏ, ਘਰ ਦੇ ਵੀ ਕਿੰਨੇ ਸੰਸਕਾਰੀ। ਲੋਕੀ ਕਹਿੰਦੇ ਨੇ ਸਾਰੀ ਉਮਰ ਬਾਹਰ ਰਹੇ, ਹੁਣ ਘਰ ਆ ਗਏ। ਘਰ ਦੇ ਕਹਿੰਦੇ ਨੇ, ਮਹਾਰਾਜ ਸਾਰੀ ਉਮਰ ਇਹਨਾਂ ਇੱਥੇ ਸੇਵਾ ਕੀਤੀ, ਹੁਣ ਅਸੀਂ ਇਹਨਾਂ ਦੀ ਸੇਵਾ ਕਰ ਲਈਏ, ਸਾਨੂੰ ਵੀ ਕੁਝ ਮਿਲ ਜਾਏ। ਕਹਿੰਦੇ ਮਹਾਰਾਜ ਕਹਿੰਦੇ ਨੇ, ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਰਹੋ ਇੱਥੇ, ਕੋਈ ਗੱਲ ਨਹੀਂ, ਤੁਸੀਂ ਤੇ ਇੰਨੇ ਸੇਵਾਦਾਰ, 5 ਗੁਰੂ ਸਾਹਿਬਾਨਾਂ ਨੂੰ ਤੁਸੀਂ ਤਿਲਕ ਲਾਇਆ ਹੈ। ਕਹਿੰਦੇ ਨਹੀਂ ਮਹਾਰਾਜ, ਮੈਂ ਰਹਿਣਾ ਨਹੀਂ ਚਾਹੁੰਦਾ, ਮੈਂ ਘਰ ਜਾਣਾ ਚਾਹੁੰਦਾ। ਘਰ ਗਏ। ਮੈਂ ਆਪ ਨੂੰ ਸੰਖੇਪ ਵਿੱਚ ਦੱਸਦਾ। ਕਹਿੰਦੇ ਹਨ ਮਹਾਰਾਜ, ਕਹਿੰਦੇ ਵੀ, ਕਹਿੰਦੇ ਮਹਾਰਾਜ ਮੈਨੂੰ ਇੱਕ ਇਹ ਬਖਸ਼ਿਓ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਤੁਹਾਨੂੰ ਸੇਵਕਾ ਦੇ ਵਿੱਚ ਆ ਕੇ ਸਾਰੇ ਦਰਸ਼ਨ ਲੈ ਜਾਣ ਕਰਨਗੇ ਤੇ ਲੈ ਵੀ ਆਉਣ ਕਰਨਗੇ। ਕਹਿੰਦੇ ਮਹਾਰਾਜ ਕਿਰਪਾ ਕਰੋ, ਮੈਂ ਆਪ ਹੀ ਆਵਾਂ। ਉਸ ਤੋਂ ਬਾਅਦ ਜਿਸ ਦਿਨ ਅੰਤ ਸਮਾਂ ਆਇਆ ਉਹਨਾਂ ਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੇ ਮਹਾਰਾਜ ਮੇਰੇ ਤੇ ਇੱਕ ਕਿਰਪਾ ਕਰੋ, ਮੈਨੂੰ ਇਹ ਗੱਲ ਕਹਿ ਦਿਓ ਬੁੱਢਾ, ਜੋ ਤੂੰ ਅੱਜ ਤਾਈਂ ਜੇ ਕੁਝ ਪਾਪ ਕੀਤੇ ਹਨ ਤੇਰੇ ਬਖਸ਼ ਤੇ, ਤੂੰ ਜਿਹੜੇ ਪਾਪ ਕੀਤੇ ਨੇ ਉਹ ਬਖਸ਼ ਤੇ। ਇਹ ਉਹਨਾਂ ਤੋਂ ਅਰਦਾਸ ਕਰਦੇ ਨੇ ਅੰਤ ਵੇਲੇ। ਸਾਰੀ ਉਮਰ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਨੇ ਬਾਬਾ ਜੀ ਤੁਸੀਂ ਕੀਤਾ ਹੀ ਕੁਛ ਨਹੀਂ, ਸਾਨੂੰ ਪਤਾ ਹੈ, ਤੁਸੀਂ ਤੇ ਸੇਵਾ ਹੀ ਕੀਤੀ। ਨਹੀਂ ਮਹਾਰਾਜ, ਇਹ ਜ਼ਿੰਦਗੀ ਐਸੀ ਹੈ, ਪਤਾ ਨਹੀਂ ਕਦੋਂ ਮਨ ਨਹੀਂ ਪਾਪ ਕਮਾ ਲਿਆ ਹੋਏ। ਮਹਾਰਾਜ ਕਹਿੰਦੇ ਨਹੀਂ, ਤੁਸੀਂ ਨਹੀਂ ਕੀਤਾ। ਫਿਰ ਵੀ ਕਹਿੰਦੇ ਨੇ ਮਹਾਰਾਜ ਇੱਕ ਵਾਰੀ ਕਹਿ ਦਿਓ। ਮਹਾਰਾਜ ਕਹਿੰਦੇ ਕੀਤਾ ਤੇ ਨਹੀਂ। ਦੇਖੋ ਸਾਧ ਸੰਗਤ, ਨਹੀਂ ਮਨੁੱਖ ਅੱਜ ਦੇ ਸਮੇਂ ਵਿੱਚ ਕੋਈ ਮਹੀਨਾ ਸੇਵਾ ਕਰ ਲੇ, ਉਹ ਕਿੱਡੀ ਵੱਡੀ ਸਟੇਜ ਤੇ ਅਪੜ ਜਾਂਦਾ ਹੈ ਵੀ ਮੇਰੇ ਤੋਂ ਵੱਡਾ ਸੇਵਾਦਾਰ ਕੋਈ ਨਹੀਂ। ਪਰ ਇਹ ਵੇਖੋ ਸਾਰੀ ਉਮਰ ਸੇਵਾ ਕਰਕੇ ਕਹਿੰਦੇ ਨੇ ਮਹਾਰਾਜ ਕਹਿੰਦੇ, ਪਰ ਵੇਖੋ ਗੁਰੂ ਵੀ ਅੱਗੋਂ ਕਹਿੰਦੇ ਕੀਤਾ ਤੇ ਕਦੀ ਕੁਛ ਗਲਤ ਹੈ ਨਹੀਂ, ਪਰ ਬਾਬਾ ਜੀ ਜਾਓ, ਮੈਂ ਇਹ ਕਹਿ ਦੇਣਾ ਤੁਸੀਂ ਜੋ ਕੀਤਾ ਉਹ ਮਾਫ ਕੀਤਾ, ਇਹ ਕਹਿ ਦੇਣਾ ਕੀਤਾ ਨਹੀਂ ਹੈ। ਏਡੇ ਵੱਡੇ ਉਹ ਸੇਵਾਦਾਰ ਸਨ ਬਾਬਾ ਬੁੱਢਾ ਸਾਹਿਬ ਜੀ। ਭਾਈ ਪਾਰੋ ਜੁਲਕਾ ਇਹ ਡੱਲੇ ਪਿੰਡ ਦਾ ਰਹਿਣ ਵਾਲਾ ਹੈ। ਇਹ ਮਹਾਰਾਜ ਜੀ ਦੇ ਕੋਲ ਆਇਆ ਹੈ। ਸਤਿਗੁਰ ਕੀ ਮਹਿਮਾ ਕੋ ਜਾਣ ਹੈ, ਗੁਰਬਾਣੀ ਸੋ ਵਿਚਾਰਨ ਠੰਨ ਹੈ। ਇਹ ਪਾਰੋ ਜੁਲਕਾ ਵੀ ਜਿਹੜਾ ਸਿੱਖ ਹੈ, ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦਾ ਹੈ ਅਤੇ ਗੁਰਬਾਣੀ ਨੂੰ ਵਿਚਾਰਦਾ ਹੈ। ਦਰਸ਼ਨ ਕੀ ਮਨ ਪਿਆਸ ਕਨੇਰੀ, ਸਤਿਗੁਰ ਪਹਿ ਆਇਓ ਇੱਕ ਬੇਰੀ। ਉਹਦੇ ਮਨ ਦੇ ਵਿੱਚ ਬੜੀ ਪਿਆਸ ਸੀ, ਮੈਂ ਗੁਰੂ ਦੇ ਦਰਸ਼ਨ ਕਰਾਂ। ਉਹ ਇੱਕ ਵਾਰ ਉਹ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਇਆ ਹੈ। ਨਮਸਕਾਰ ਕਰ ਬੈਠਿਓ ਪਾਸ, ਮਨ ਮਹਿ ਦੀਰਘ ਪ੍ਰੇਮ ਪ੍ਰਕਾਸ਼। ਨਮਸਕਾਰ ਕਰਕੇ ਗੁਰੂ ਜੀ ਦੇ ਕੋਲ ਬੈਠਾ ਤੇ ਮਨ ਦੇ ਵਿੱਚ ਉਸ ਦੇ ਬੜਾ ਪ੍ਰੇਮ ਹੈ। ਅੰਤਰਯਾਮੀ ਗੁਰ ਨੇ ਜਾਨਾ, ਪਰਮਹੰਸ ਤਿਸ ਨਾਮ ਬਖਾਨਾ। ਮਹਾਰਾਜ ਅੰਤਰਜਾਮੀ ਸਨ। ਮਹਾਰਾਜ ਜੀ ਨੇ ਉਹਨੂੰ ਕਿਹਾ ਆਓ ਪਰਮਹੰਸ ਜੀ, ਤੁਸੀਂ ਕੀ ਲੈਣ ਲਈ ਆਏ ਹੋ? ਪੂਰਨ ਗਿਆਨ ਹਿਰਦੇ ਹੋਏ ਆਵਾ, ਏਕ ਰੂਪ ਸਭ ਜਗ ਦ੍ਰਿਸ਼ਟਾਵਾ। ਮਹਾਰਾਜ ਜੀ ਨੇ ਸਿਰਫ ਇੰਨੇ ਹੀ ਬਚਨ ਗਏ, ਉਹਨੂੰ ਪਰਮਹੰਸ ਕਿਹਾ, ਨਾਲੋਂ ਨਾਲ ਉਹਨਾਂ ਦੇ ਹਿਰਦੇ ਅੰਦਰ ਗਿਆਨ ਹੋ ਗਿਆ। ਸਭ ਇੱਕੋ ਨਜ਼ਰੀ ਆਇਆ। ਸਾਰੇ ਸੰਸਾਰ ਦੇ ਵਿੱਚ ਇੱਕ ਰੱਬ ਨਜ਼ਰ ਆ ਗਿਆ ਨਾਲੋਂ ਨਾਲ। ਸਾਧ ਸੰਗਤ, ਗਿਆਨ ਦੀ ਅਵਸਥਾ ਵੀ ਇਹੀ ਹੈ। ਜਿਸ ਦਿਨ ਮਨੁੱਖ ਨੂੰ ਚਾਰੇ ਬੰਨੇ ਇੱਕ ਪਰਮਾਤਮਾ ਨਜ਼ਰ ਆਉਣ ਲੱਗ ਜਾਏ, ਹਰੇਕ ਕਾਰਜ ਦੇ ਵਿੱਚ ਪਰਮੇਸ਼ਰ ਹੀ ਲੱਗੇ, ਕੁਛ ਦੇਣ ਵਾਲਾ ਵੀ ਪਰਮੇਸ਼ਰ ਤੇ ਲੈਣ ਵਾਲਾ ਵੀ ਪਰਮੇਸ਼ਰ। ਜਦੋਂ ਚਾਰੇ ਬੰਨੇ ਇਵੇਂ ਲੱਗਣ ਲੱਗ ਜਾਏਗਾ, ਕੋਈ ਕੁਛ ਕਹਿ ਗਿਆ ਉਹਦੇ ਵਿੱਚ ਵੀ ਪਰਮੇਸ਼ਰ, ਜੇ ਕੋਈ ਸਿਫਤ ਕਰ ਗਿਆ ਉਹਦੇ ਵਿੱਚ ਵੀ ਪਰਮੇਸ਼ਰ। ਉਹ ਜਦੋਂ ਮਨੁੱਖ ਨੂੰ ਐਵੇਂ ਲੱਗਣ ਲੱਗ ਜਾਂਦਾ ਹੈ, ਇਹਦਾ ਮਤਲਬ ਹੈ ਉਹ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਿਆ ਹੈ। ਜੋਗ ਵਿਰਾਗ ਭਗਤ ਵਿਗਿਆਨ, ਪੂਰਨ ਹੋਏ ਜਿਸ ਕੇ ਆਨ। ਉਹਦੇ ਕੋਲ ਵਿਰਾਗ, ਭਗਤੀ, ਵਿਗਿਆਨ
जिन्ना भी ज्ञान है दुनिया का, महाराज जी ने इन्ना किया, नालों नाल उन्हां दे कोल सारा ज्ञान आ गया है। नित सिद्ध रिद गुरते पाई, आवत ही सतगुर सरनाई। गुरु जी की शरण में आउंदियां रिद्धियां, रिद्धियां कहंदे ने 9 खजानियां नूं, सिद्धियां सिद्धियां कहंदे ने 18 सिद्धियां, गैबी शक्तियां, ये गुरु दे कोलों उन्हां नूं मिल गईयां। गुरबाणी कहंदी है जिहड़ा मनुख परमेश्वर की बंदगी करता है उहदे पिछे ये रिद्धियां सिद्धियां लग जांदियां ने। उन्होंने ये नहीं कहता उन्होंने जरूरत नहीं है इन्हां दी, पर धक्के नाल ही आ जांदियां ने। जिवें कोई मनुख 11वीं करे 12वीं करे तो उन्होंने नालों नाल सर्टिफिकेट दे पिछे लग जाता है। जे किसी मनुख ने MSc BSc वड्डे नंबर ले ले ने, IIT कर ली, कंपनियां उहदे पिछे लग जांदियां ने। एवें जिहड़े मनुख ने नाम जप लिया खजाने उहदे पिछे लग जाते हैं। साध संगत बड़ा सोहना उदाहरण होंदा है, कहंदे जिहड़ा परमेश्वर है ना, परमेश्वर सूरज की न्याई है, और जिहड़ी माया है ये छाया की न्याई है। छाया जिवें जदों मनुख का चेहरा सूरज वाल नूं हुंदा है, उहदी छाया पिछे हुंदी है। जदों सूरज वाल पिठ हुंदी है, छां अगे हुंदी है। कदे आ वेखना लाइट वाल, जिहदा लाइट वाल पिठ है, परछावां अगे होएगा। कहंदे इवें ही जदों तई मनुख की परमात्मा वाल पिठ है, माया उहदे अगे अगे है, वो माया नूं फड़दा रहिंदा, परछाई कदी फड़ी नहीं है, सारी उम्र भजदा रहिंदा। जिस दिन वो मूँह घुमा लैंदा, सिर्फ मूँह ही घुमाउणा है। जिस दिन परमेश्वर वाल मूँह कर लिया, माया पिछे पिछे, वो नेड़े ही नहीं लाउंदा। इड्डी इड्डी गल है, बस मूँह घुमाउण दी गल है। बुल्ला शाह कहंदा बुल्लिया रब दा की पाउणा, इधरों पुट्टना उधर लाउणा। गल इन्नी है, इधरों पुट्टना है उधर लाउणा। जे उधर पुट लिया, मैं कई बार सोचदा है ये तो महाराज ने लिख के ही लाया है, तेग बहादुर सिमरे कर नौ निध आवे ताए सब ताई हो। उन्हें पहले लिख के ही लाया, कहते कन्फर्म कर ये चीज़, जे तू परमेश्वर की बंदगी करदा है तो कन्फर्म है। रिद्धियां सिद्धियां 9 निधियां, हाँ मनुख ये कहे अज नाम जपे अज ही कुछ प्राप्त हो जाए, ये नहीं है। एक बच्चा पहली क्लास पढ़ता है, दूजी पढ़ता है, पहले दिन थोड़ी ना नौकरी, पहला तो प्ले स्कूल है, नौकरी पहले दिन लग जाता है, किन्ने साल लगते हैं। और बंदगी च मनुख सोचता है अज ही कुछ मिल जाए। हाँ किसी के कोई प्रालब्ध पिछली तकड़ी है, कर्म कोई ज़्यादा ही तकड़े ने, उन्होंने तो नालों नाल भी मिलना, या किसी के बहुत ज़्यादा तकड़े तुरे आ रहे ने, उन्होंने मिल जाता है। हाँ जिन्हें किते इत्थों परमात्मा ने उहदे तो कराउणे ने, फिर उहदी किरपा है। ज्यों ज्यों हौली हौली, वैसे बाणी तो यह कहती है, बाणी कहती है पतित पावन हर बिरद सदाए, एक तिल नहीं भन्नै घाले। एक तिल जिन्नी भी घाल जे मूँह चों एक बारी भी राम वाहिगुरू वाहिगुरू कहता, अल्लाह कह दिता, उहदा नाम ले लिया, इन्ना एक बारी कहा भी वो खराब नहीं जाता, उहदा भी कोई ना कोई फल वाहिगुरू जरूर दिंदा है। और जेड़े सारा दिन ही कह रहे ने, जेड़े दिन रात कह ही ये रहे ने, उन्होंने किन्ने फल नसीब होंदे होणगे। गुरबाणी तो एक तिल का भी हिसाब कहती है, एक तिल भी नहीं खराब जाता। तो जेड़े लगातार ही दिन में लाउंदे ने, उन्हां दी महिमा अपरंपार है। कुल आचार करत व्यवहार, उर्मह गुर चरणन को धार। हिरदे विच गुरु दी जे चरण धार के अपनी जिंदगी दे व्यवहार करता है, गुरु दी बाणी नूं अपनी जिंदगी दे अगे रखता है। योग भोग दोनों को पाए, रह अलेप कमल जल पाए। उहदे कोल हुण दोवें चीज़ां आ गईयां। भाई डल्ले पिंड का जिहड़ा भाई पारो जुलका आया है, जोग भी है तो भोग भी है, लोक भी है तो परलोक भी है। पर ये साध संगत हो सकता है जेड़े नाम जपते हैं, कि उहदे कोल बहुत ज़्यादा धन रब ने दिता है, पर उहदे विच ओह डिगदे नहीं। उन्होंने पता है रब दा है, मेरा नहीं है। जिवें कमल रहिंदा ना पानी दे विच, आप उत्ते रहिंदा, जड़ां पानी विच रहिंदियां ने, एवें जिहड़ा बंदगी करन वाला रहिंदा दुनिया विच ही है, पर दुनिया तो निर्लेप रहिंदा, दुनिया तो उच्चा उठ के रहिंदा है। दोए दिन घर पुन सतगुर पास, आवह रह दर्श की प्यास। वो हमेशा गुरु के द्वारे आउंदा है,
2 दिन गुरु कोल रहिंदा है, चरनां दी प्यास रहिंदी है, गुरु दा नाम जपदा है। एक दिन चढ़ियो तुरंगन आवे, नह अग्नि पर पाए टिकावे। ਏਡੀ ਵੱਡੀ ਅਵਸਥਾ 'ਚੋਂ ਪਹੁੰਚੇ ਹੋਏ ਸਨ। ਕਹਿੰਦੇ ਇੱਕ ਦਿਨ ਘੋੜੇ ਤੇ ਚੜ੍ਹ ਕੇ ਆ ਰਹੇ ਸਨ, ਚੜ੍ਹ ਕੇ ਆ ਰਹੇ, ਰਕਾਬਾਂ ਤੇ ਪੈਰ ਨਹੀਂ, ਭਾਵ ਘੋੜੀ ਦੇ ਉੱਤੇ ਹੀ, ਜਿਵੇਂ ਆਪਾਂ ਕਰਾਮਾਤ ਕਹਿ ਸਕਦੇ ਹਾਂ, ਘੋੜੀ ਦੇ ਉੱਤੇ ਹੀ ਨੇ, ਬੈਠੇ ਵੀ ਨਹੀਂ ਲੱਗ ਰਹੇ, ਪਰ ਉੱਤੇ ਹੀ ਚੱਲਦੇ ਨਜ਼ਰ ਆ ਰਹੇ ਹਨ। ਗਤ ਬਿਹੰਗ ਕੀ ਬੜਵਾ ਚੱਲ ਹੈ, ਕਰਾਮਾਤ ਕੇ ਸਹਿਤ ਵਿਸਲ ਹੈ। ਕਹਿੰਦੇ ਇਵੇਂ ਲੱਗਦਾ ਹੈ ਜਿਵੇਂ ਪੰਛੀ ਚੱਲਦੇ ਨੇ ਨਾ ਉੱਤੇ ਉੱਤੇ, ਇਵੇਂ ਚੱਲਦੇ ਨੇ, ਉਹ ਕਰਾਮਾਤ ਵਿਖਾ ਰਹੇ ਹਨ। ਦਿੱਲੀ ਕੇ ਨਵਾਬ ਮਗ ਜਾਏ, ਗਜ ਪਰ ਹੁਤੋ ਚੰਮੂ ਸਮੁਦਾਏ। ਉਹ ਆ ਰਹੇ ਸਨ, ਇਧਰੋਂ ਫੌਜ ਜਾ ਰਹੀ ਸੀ, ਦਿੱਲੀ ਦਾ ਨਵਾਬ ਸੀ ਬੜਾ ਵੱਡਾ, ਉਹਦੀ ਸੈਨਾ ਸੀ, ਉਹ ਹਾਥੀ ਤੇ ਬੈਠ ਕੇ ਜਾ ਰਿਹਾ ਸੀ। ਅਬ ਲੋਕਿਓ ਤਿੰਨ ਭਾਈ ਪਾਰੋ, ਮਹਾ ਅਚਰਜ ਹਿਰਦੇ ਮਹਿ ਧਾਰੋ। ਜਦੋਂ ਉਹਨੇ ਵੇਖਿਆ ਵੀ ਏਡਾ ਵੱਡਾ ਸਿੱਖ ਹੈ, ਏਡਾ ਵੱਡਾ ਇਹ ਸਿੱਖ ਹੈ, ਕਹਿੰਦੇ ਨਾਲੋਂ ਨਾਲ ਉਹਦੇ ਮਨ ਦੇ ਵਿੱਚ ਬੜਾ ਉਹ ਆਇਆ ਵੀ ਇੰਨੀ ਕਰਾਮਾਤ ਵਾਲਾ ਮਨੁੱਖ ਦੇ ਵਿੱਚ ਹੁੰਦਾ ਹੀ ਹੈ। ਸਾਧ ਸੰਗਤ, ਅੱਜ ਦੁਨੀਆ ਦਾ ਸਭ ਤੋਂ ਵੱਡਾ ਦੇਸ਼, ਸਭ ਤੋਂ ਤਾਕਤਵਰ ਦੇਸ਼ ਹੈ ਇਜ਼ਰਾਈਲ। ਔਰ ਜਿਹੜਾ ਤਾਕਤਵਰ ਦੇਸ਼ ਹੈ, ਜਦੋਂ ਕਹਿੰਦੇ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਸਨ ਦੂਜੇ ਲੋਕ, ਕਿਉਂਕਿ ਅੱਜ ਦੇ ਲੋਕ ਕਰਾਮਾਤਾਂ ਨੂੰ ਨਹੀਂ ਮੰਨਦੇ, ਪਰ ਵੇਖੋ ਸਾਧ ਸੰਗਤ, ਏਡੀ ਵੱਡੀ ਕਾਮਯਾਬੀ 'ਚ ਪਹੁੰਚਿਆ ਹੋਇਆ, ਸਾਇੰਸ ਵਿੱਚ ਇੰਨੇ ਅੱਗੇ ਪਹੁੰਚਿਆ ਹੋਇਆ ਉਹ ਦੇਸ਼ ਇਜ਼ਰਾਈਲ। ਕਹਿੰਦੇ ਨੇ ਜਿਸ ਦਿਨ ਉਹਨਾਂ ਨੂੰ ਮਾਰ ਰਹੇ ਸਨ, ਉਹਨਾਂ ਦੀਆਂ ਲੋਕਾਂ ਅਰਦਾਸ ਕੀਤੀ, ਲੋਕ ਉਹਨਾਂ ਨੂੰ ਮਾਰ ਰਹੇ ਸਨ,